ਪਹਿਲਾਂ ਸਾਧ ਸੰਗਤ ਜੀ ਰਬਾਬੀ ਕੀਰਤਨ ਕਰਦੇ ਸਨ। ਗੁਰੂ ਸਾਹਿਬ ਨੇ ਸਿੱਖਾਂ ਨੂੰ ਸਾਜ਼ ਫੜਾ ਕੇ ਆਪ ਕੀਰਤਨ ਸਿਖਾ ਦਿੱਤਾ, ਬਖਸ਼ਿਸ਼ ਕਰ ਦਿੱਤੀ। ਇਹ ਰਾਗੀਆਂ ਦੀ ਮਰਿਆਦਾ ਫਿਰ ਚੱਲੀ ਹੈ। ਗੁਰੂ ਘਰ 'ਚ ਕੀਰਤਨ ਦੀਆਂ ਕਈ ਪਰੰਪਰਾਵਾਂ ਨੇ। ਪਹਿਲੀ ਰਬਾਬੀਆਂ ਦੀ ਹੈ, ਦੂਸਰੀ ਰਾਗੀ ਸਿੰਘਾਂ ਦੀ ਹੈ। ਸਿੱਖਾਂ ਨੂੰ ਮਹਾਰਾਜ ਨੇ ਕੀਰਤਨ ਕਰਨੇ ਲਾ ਦਿੱਤਾ, ਬਖਸ਼ਿਸ਼ ਕਰ ਦਿੱਤੀ। ਸਾਡੇ ਘਰਾਂ 'ਚ ਵੀ ਕੀਰਤਨ ਆ ਗਿਆ। ਇਹ ਗੁਰੂ ਅਰਜਨ ਦੇਵ ਜੀ ਦੀ ਕਿਰਪਾ। ਨਾਲ ਹੀ ਬਚਨ ਕੀਤਾ ਕਿ ਸੱਤਾ ਬਲਵੰਡਾ ਗੁਰੂ ਘਰ ਦੇ ਨਿੰਦਕ ਹਨ, ਫਿਟਕੇ ਹੋਏ ਹਨ। ਇਹਨਾਂ ਨੂੰ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ। ਜਿਹੜਾ ਸਿੱਖ ਇਹਨਾਂ ਨੂੰ ਮੂੰਹ ਲਾਏਗਾ ਉਹ ਵੀ ਗੁਰੂ ਦਾ ਸਿੱਖ ਨਹੀਂ। ਇਹਨਾਂ ਦੀ ਕੋਈ ਸਿਫਾਰਿਸ਼ ਨਾ ਕਰੇ। ਜਿਹੜਾ ਇਹਨਾਂ ਦੀ ਸਿਫਾਰਿਸ਼ ਸਾਡੇ ਕੋਲ ਕਰੇਗਾ, ਅਸੀਂ ਉਹਦਾ ਮੂੰਹ ਕਾਲਾ ਕਰਕੇ ਖੋਤੇ 'ਤੇ ਚੜ੍ਹਾ ਕੇ ਉਹਦਾ ਜਲੂਸ ਕੱਢਾਂਗੇ, ਉਸ ਨੂੰ ਨਸਰ ਕਰਾਂਗੇ। ਇੰਨੀ ਕਰੜੀ ਸਖਤ ਮਹਾਰਾਜ ਜੀ ਨੇ ਸੰਗਤ ਨੂੰ ਤਾਕੀਦ ਕਰ ਦਿੱਤੀ ਵੀ ਇਹਨਾਂ ਨੂੰ ਕੋਈ ਮੂੰਹ ਹੀ ਨਾ ਲਾਵੇ। ਇਹ ਗੁਰੂ ਕੇ ਨਿੰਦਕ ਹਨ। ਗੁਰ ਨਿੰਦਾ ਸਿਰ ਬੱਜਰ ਭਾਰਾ। ਭਾਈ ਗੁਰਦਾਸ ਜੀ ਦੀ ਬਾਣੀ 'ਚ ਬਚਨ ਆਉਂਦਾ ਹੈ ਕਿ ਗੁਰੂ ਦੀ ਨਿੰਦਾ ਬੱਜਰ ਭਾਰ ਹੈ। ਮੈਂ ਜਿਹਾ ਨਿੰਦਕ ਨਾ ਕੋਈ, ਗੁਰ ਨਿੰਦਾ ਸਿਰ ਬੱਜਰ ਭਾਰਾ। ਸੋ ਗੁਰੂ ਸਾਹਿਬ ਦਾ ਐਸਾ ਕਰੜਾ ਸਖਤ ਹੁਕਮ ਇਹਨਾਂ ਪ੍ਰਥਾਏ ਹੋਇਆ। ਇਹ ਬੜੇ ਦੁਖੀ ਹੋਏ। ਸੰਗਤ ਮੂੰਹ ਨਹੀਂ ਲਾਉਂਦੀ। ਅੱਗੇ ਤਾਂ ਸੰਗਤ ਸਤਿਕਾਰ ਬੜਾ ਕਰਦੀ ਸੀ। ਫਿਰ ਕੋਈ ਇਹਨਾਂ ਨੂੰ ਫਤਿਹ ਵੀ ਨਾ ਬੁਲਾਵੇ, ਰਾਹ ਜਾਂਦਿਆਂ ਇਹਨਾਂ ਵੱਲ ਵੇਖਣ ਵੀ ਨਾ ਸਿੱਖ। ਔਰ ਫਿਰ ਸਰੀਰ ਵੀ ਰੋਗੀ ਹੋ ਗਿਆ। ਸਾਧ ਸੰਗਤ ਜੀ ਕਹਿੰਦੇ ਆ ਵੀ ਸਰੀਰ 'ਤੇ ਕਈ ਕਿਸਮ ਦਾ ਜੋ 18 ਪ੍ਰਕਾਰ ਦਾ ਕੋੜ ਹੁੰਦਾ ਹੈ, ਐਸਾ ਸਰੀਰ ਫੁੱਟਣ ਲੱਗ ਪਿਆ ਇਹਨਾਂ ਦਾ। ਜਦੋਂ ਸਰੀਰ ਵੀ ਫੁੱਟਣ ਲੱਗ ਪਿਆ, ਘਰ ਵਿੱਚ ਵੀ ਗਰੀਬੀ ਆ ਗਈ, ਸੰਗਤ ਵੱਲੋਂ ਵੀ ਟੁੱਟ ਗਏ, ਗੁਰੂ ਵੱਲੋਂ ਵੀ ਤਿਰਸਕਾਰੇ ਗਏ। ਫਿਰ ਇਹ ਸੋਚਦੇ ਆ ਵੀ ਕਿਸੇ ਤਰੀਕੇ ਨਾਲ ਅਸੀਂ ਗੁਰੂ ਸਾਹਿਬ ਜੀ ਕੋਲੋਂ ਆਪਣੀ ਭੁੱਲ ਬਖਸ਼ਵਾ ਲਈਏ। ਪਰ ਗੁਰੂ ਸਾਹਿਬ ਤਾਂ ਸਾਨੂੰ ਬਖਸ਼ਣਗੇ ਨਹੀਂ। ਕੋਈ ਗੁਰੂ ਕਾ ਸਿੱਖ, ਗੁਰੂ ਕਾ ਪਿਆਰਾ ਹੋਵੇ ਜਿਹੜਾ ਸਾਨੂੰ ਗੁਰੂ ਸਾਹਿਬ ਕੋਲੋਂ ਬਖਸ਼ਵਾ ਦੇਵੇ। ਫਿਰ ਸਾਰੇ ਪਾਸੇ ਨਿਗਾਹ ਮਾਰੀ, ਕੋਈ ਇਹਨਾਂ ਦੀ ਸਿਫਾਰਿਸ਼ ਕਰਨ ਨੂੰ ਰਾਜੀ ਨਹੀਂ ਸੀ। ਇਹਨਾਂ ਦੀ ਨਿਗਾਹ ਗਈ ਭਾਈ ਸਾਹਿਬ, ਭਾਈ ਲੱਧਾ ਜੀ ਪਰਉਪਕਾਰੀ, ਲਾਹੌਰ ਵਿੱਚ ਰਹਿੰਦੇ ਸਨ। ਭਾਈ ਗੁਰਦਾਸ ਜੀ ਦੀ 11ਵੀਂ ਵਾਰ ਵਿੱਚ ਜ਼ਿਕਰ ਵੀ ਆਉਂਦਾ ਹੈ ਲੱਧਾ ਪਰਉਪਕਾਰੀ। ਉਹ ਲੱਧਾ ਪਰਉਪਕਾਰੀ ਕੋਈ ਵੀ ਆ ਜਾਂਦਾ ਸੀ ਨਾ, ਉਹਦਾ ਭਲਾ ਕਰਨ ਲਈ ਆਪਣਾ ਕੰਮ ਛੱਡ ਦਿੰਦਾ ਸੀ। ਆਪਣਾ ਕੰਮ ਛੱਡ ਕੇ ਦੂਜਿਆਂ ਦਾ ਭਲਾ ਕਰਦਾ ਸੀ। ਉਹਦੇ ਦਰਵਾਜ਼ੇ 'ਤੇ ਜਾ ਬੂਹਾ ਖੜਕਾਇਆ। ਉਹਨਾਂ ਨੇ ਪਹਿਲਾਂ ਤਾਂ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਵੀ ਗੁਰੂ 'ਤੇ ਫਿਟਕਾਰੇ, ਮੈਂ ਇਹਨਾਂ ਨੂੰ ਮੂੰਹ ਨਹੀਂ ਲਾਉਣਾ। ਇਹ ਬਾਹਰ ਬਹਿ ਕੇ ਰੋਣ ਲੱਗ ਪਏ, ਬੇਨਤੀਆਂ ਕਰਨ ਲੱਗ ਪਏ, ਤਰਲੇ ਕਰਨ ਲੱਗ ਪਏ। ਭਾਈ ਲੱਧੇ ਨੇ ਇਹਨਾਂ ਦੀ ਗੱਲ ਸੁਣੀ, ਤਰਸ ਆ ਗਿਆ। ਸਾਰੀ ਗੱਲ ਵਿਚਾਰ ਕੀਤੀ, ਇਹਨਾਂ ਨੂੰ ਕਿਵੇਂ ਬਖਸ਼ਵਾਈਏ। ਕਹਿੰਦੇ ਭਾਈ ਲੱਧੇ ਨੇ ਆਪਣਾ ਮੂੰਹ ਆਪ ਕਾਲਾ ਕਰ ਲਿਆ। ਇੱਕ ਹੱਥ ਵਿੱਚ ਝਾੜੂ ਫੜ ਲਿਆ, ਖੋਤੇ 'ਤੇ ਬੈਠ ਕੇ ਢੋਲ ਵਜਾ ਕੇ ਭਾਈ ਲੱਧਾ ਪਰਉਪਕਾਰੀ ਆਪਣੇ ਆਪ ਨੂੰ ਲਾਹੌਰ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ ਤੱਕ ਜਿੰਨੇ ਪਿੰਡ, ਸ਼ਹਿਰ, ਨਗਰ ਸਨ, ਉਹਨਾਂ ਵਿੱਚ ਆਪਣੇ ਆਪ ਨੂੰ ਇਸ ਤਰ੍ਹਾਂ ਨਸਰ ਕਰਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਆਏ। ਪਾਤਸ਼ਾਹ ਜਾਣੀ ਜਾਣ, ਸਭ ਕੁਝ ਪਹਿਲਾਂ ਹੀ ਜਾਣਦੇ ਸਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਨੇ ਬੜਾ ਹੀ ਵੈਰਾਗਮਈ ਜਿਹਾ ਚਿਤਰਨ ਕੀਤਾ ਹੋਇਆ ਹੈ। ਕਹਿੰਦੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਉੱਠ ਕੇ ਅੱਗੋਂ ਦੀ ਆਏ, ਭਾਈ ਲੱਧੇ ਨੂੰ ਖੋਤੇ ਤੋਂ, ਗਧੇ ਤੋਂ ਉਤਾਰਿਆ, ਆਪ ਉਹਨਾਂ ਦਾ ਮੂੰਹ ਧੋਇਆ, ਇਸ਼ਨਾਨ ਕਰਾਇਆ, ਬਸਤਰ ਸਵੱਛ ਪਾਏ। ਕਹਿਣ ਲੱਗੇ ਭਾਈ ਸਾਹਿਬ ਤੁਸੀਂ ਤਾਂ ਉਂਝ ਹੀ ਆ ਕੇ ਕਹਿ ਦਿੰਦੇ ਅਸੀਂ ਇਹਨਾਂ ਨੂੰ ਬਖਸ਼ ਦੇਣਾ ਸੀ, ਇੰਨਾ ਕੁਝ ਕਿਉਂ ਕੀਤਾ। ਸਤਿਗੁਰੂ ਦੀ ਸੱਚੇ ਪਾਤਸ਼ਾਹ ਦਾ ਵਚਨ ਸੁਣ ਕੇ ਭਾਈ ਲੱਧਾ ਜੀ ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਦਾ ਹੁਕਮ ਵੀ ਤਾਂ ਪੂਰਾ ਕਰਨਾ ਸੀ। ਜੋ ਆਪ ਜੀ ਦਾ ਵਚਨ ਸੀ ਉਹ ਵਚਨ ਪੂਰਾ ਕਰਨ ਲਈ ਮੈਂ ਕੀਤਾ ਹੈ। ਹਜ਼ੂਰ ਕਹਿਣ ਲੱਗੇ ਭਾਈ ਲੱਧਾ ਜੀ ਇਹ ਬਖਸ਼ਣ ਜੋਗੇ ਨਹੀਂ ਸਨ, ਪਰ ਇਹ ਤੁਹਾਡੀ ਘਾਲਣਾ ਕਰਕੇ, ਤੁਹਾਡੀ ਸਿਫਾਰਿਸ਼ ਕਰਕੇ ਅਸੀਂ ਇਹਨਾਂ ਨੂੰ ਬਖਸ਼ ਦਿੰਦੇ ਹਾਂ। ਪਰ ਸ਼ਰਤ ਇਹ ਹੈ
ਜਿਹੜੀ ਰਸਨਾ ਨਾਲ, ਜਿਹੜੀ ਜੀਭ ਨਾਲ, ਜਿਹੜੇ ਮੂੰਹ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦੀ ਨਿੰਦਾ ਕੀਤੀ ਹੈ, ਉਸੇ ਜੀਭ ਨਾਲ ਇਹ ਗੁਰੂ ਸਾਹਿਬ ਜੀ ਦੀ ਉਸਤਤ ਵੀ ਕਰਨ। ਜੇ ਉਸ ਰਸਨਾ ਨਾਲ ਮਹਾਰਾਜ ਜੀ ਦੀ ਉਸਤਤ ਕਰਨਗੇ ਤਾਂ ਬਖਸ਼ੇ ਜਾਣਗੇ। ਇਹਨਾਂ ਦਾ ਇਹ ਕੋੜ, ਇਹਨਾਂ ਦੀਆਂ ਇਹ ਬਿਮਾਰੀਆਂ, ਰੋਗ ਸਭ ਖਤਮ ਹੋ ਜਾਣਗੇ। ਤਾਂ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕਰਕੇ ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ ਇਹ ਵਾਰ ਉਚਾਰਨ ਕੀਤੀ ਹੈ। ਇਹ ਸਾਧ ਸੰਗਤ ਜੀ, ਇਹਦੇ ਵਿੱਚ ਡੂਮਾਂ ਦੀ ਬੋਲੀ ਵੀ ਆਉਂਦੀ ਹੈ। ਜੋ ਉਸ ਵੇਲੇ ਡੂਮ ਬੋਲੀ ਬੋਲਿਆ ਕਰਦੇ ਸਨ, ਉਹ ਬੋਲੀ ਵੀ ਇਹਦੇ ਵਿੱਚ ਆਉਂਦੀ ਹੈ। ਅਤੇ ਸਾਧ ਸੰਗਤ ਜੀ, ਇਹਦੇ ਵਿੱਚ ਉੱਪਰ ਲਿਖਿਆ ਵੀ ਹੈ, ਸੱਤੈ ਡੂਮ ਆਖੀ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਇਹ ਰਾਏ ਬਲਵੰਡ ਨੇ ਅਤੇ ਸੱਤੇ ਡੂਮ ਨੇ ਉਚਾਰਨ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦੀ ਉਸਤਤ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦੀ, ਪੰਜਵੇਂ ਪਾਤਸ਼ਾਹ ਦੀ 8 ਪੌੜੀਆਂ ਹਨ। ਇਹਦੇ ਵਿੱਚ 5 ਪੌੜੀਆਂ 'ਚ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਹੈ, ਅੱਗੇ ਫਿਰ ਗੁਰੂ ਸਾਹਿਬਾਂ ਦੀ ਉਸਤਤ ਹੈ। ਸੋ ਆਪਾਂ ਸਰਵਣ ਕਰੀਏ। ਪਰਮ ਸਤਿਕਾਰਯੋਗ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ, ਪੰਥ ਦੇ ਮਹਾਨ ਵਿਦਵਾਨ ਸੰਤ ਬਾਬਾ ਤੇਜਾ ਸਿੰਘ ਜੀ, ਨਿਹੰਗ ਸਿੰਘ ਜੀ, ਜਿਨ੍ਹਾਂ ਨੇ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਤੋਂ ਵਿੱਦਿਆ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਦੀ ਵਿੱਦਿਆ ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾਈ, ਜਿਨ੍ਹਾਂ ਦਾ ਜਨਮ ਸਥਾਨ ਸਾਧ ਸੰਗਤ ਜੀ ਸਾਡੇ ਅੰਬਾਲੇ ਦੇ ਇਲਾਕੇ ਵਿੱਚ ਮਰਦੋਂ ਸਾਹਿਬ, 9ਵੀਂ ਪਾਤਸ਼ਾਹੀ ਅਤੇ 10ਵੀਂ ਪਾਤਸ਼ਾਹੀ ਦਾ ਸਥਾਨ ਹੈ। ਮਰਦੋਂ ਸਾਹਿਬ ਲਖਨੌਰ ਸਾਹਿਬ ਦੇ ਨੇੜੇ ਇੱਥੋਂ ਦਾ ਜਨਮ ਸੀ ਮਹਾਂਪੁਰਸ਼ਾਂ ਦਾ। ਪਰ ਜਥੇ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਰਹਿ ਕੇ ਬੜੀ ਵੱਡੀ ਘਾਲਣਾ ਘਾਲੀ, ਔਰ ਬੁੱਢੇ ਦਲ ਦੇ ਵਿੱਚ ਬਾਬਾ ਚੇਤ ਸਿੰਘ ਸਾਹਿਬ ਜੀ ਦੇ ਕੋਲ ਰਹਿ ਕੇ ਸ਼ਸਤਰ ਵਿੱਦਿਆ ਦਾ ਬਹੁਤ ਵੱਡਾ ਅਭਿਆਸ ਕੀਤਾ। ਉਹਨਾਂ ਮਹਾਂਪੁਰਸ਼ਾਂ ਤੋਂ ਇਹਨਾਂ ਸੰਤਾਂ ਨੇ ਵਿੱਦਿਆ ਪੜ੍ਹੀ ਹੈ। ਸੋ ਮੈਂ ਬੇਨਤੀ ਕਰਾਂਗਾ, ਸੰਤ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ, ਉਹ ਇਸ ਵਾਰ ਦਾ, ਜਿਸ ਵਾਰ ਨੂੰ ਟਿੱਕੇ ਦੀ ਵਾਰ ਵੀ ਕਹਿੰਦੇ ਹਨ, ਔਰ ਇਹ ਵੀ ਸਾਧ ਸੰਗਤ ਜੀ ਸਿੱਧ ਹੈ, ਜੇ ਕਿਸੇ ਨੂੰ ਚਮੜੀ ਦਾ ਰੋਗ ਹੋਇਆ ਹੋਵੇ, ਕੋੜ ਹੋਇਆ ਹੋਵੇ, 18 ਪ੍ਰਕਾਰ ਦਾ ਕੋੜ ਹੋਇਆ ਹੋਵੇ, ਇਸ ਬਾਣੀ ਦਾ ਨਿਤਨੇਮ ਕਰਨ ਲੱਗ ਜਾਵੇ, ਥੋੜ੍ਹੇ ਦਿਨਾਂ ਵਿੱਚ ਰਾਜੀ ਹੋ ਜਾਂਦਾ ਹੈ। ਬਹੁਤ ਸਾਰੇ ਕੇਸ ਸਾਡੇ ਅੱਖਾਂ ਦੇ ਸਾਹਮਣੇ ਹੋਏ ਨੇ। ਚਮੜੀ ਗਲੀ ਸੜੀ, ਜਿਨ੍ਹਾਂ ਨੇ ਸੱਤੇ ਦੀ ਵਾਰ, ਇਹ ਟਿੱਕੇ ਦੀ ਵਾਰ ਪੜ੍ਹੀ ਹੈ, ਰਾਮਕਲੀ ਕੀ ਵਾਰ ਪੜ੍ਹੀ ਹੈ, ਬਿਲਕੁਲ ਰਾਜੀ ਹੋ ਗਏ, ਤੰਦਰੁਸਤ ਹੋ ਗਏ। ਇਹ ਗੁਰੂ ਸਾਹਿਬ ਜੀ ਦੀ ਕਲਾ ਹੈ ਇਹਦੇ ਵਿੱਚ। ਆਓ ਹੁਣ ਸਰਵਣ ਕਰੀਏ ਗੁਰੂ ਦੀ ਉਸਤਤ। ਕਈ ਗੁਰਸਿੱਖ ਸ਼ਾਮ ਨੂੰ ਰਹਿਰਾਸ ਤੋਂ ਪਹਿਲਾਂ ਵੀ ਇਹਦਾ ਪਾਠ ਕਰਦੇ ਹੁੰਦੇ ਹਨ, ਕਿਉਂਕਿ ਇਹਦੇ ਵਿੱਚ ਗੁਰ ਚੇਲੇ ਰਹਿਰਾਸ ਕੀ। ਸੋ ਸਾਧ ਸੰਗਤ ਜੀ, ਇੱਕ ਬੇਨਤੀ ਆਈ ਹੈ, ਜਿਵੇਂ ਦਾਸ ਨੇ ਵੀ ਪਹਿਲਾਂ ਬੇਨਤੀ ਕੀਤੀ ਵੀ ਪਾਠੀ ਸਿੰਘਾਂ ਦਾ ਸਤਿਕਾਰ ਸਭ ਤੋਂ ਜ਼ਿਆਦਾ ਕਰਨਾ ਚਾਹੀਏ। ਕਈ ਪ੍ਰੇਮੀ, ਪਰ ਪਾਠੀਆਂ ਦਾ ਸਭ ਤੋਂ ਜ਼ਿਆਦਾ, ਜਿਨ੍ਹਾਂ ਨੇ ਕੇਵਲ ਅਤੇ ਕੇਵਲ ਗੁਰੂ ਦੀ ਬਾਣੀ ਪੜ੍ਹਨੀ ਹੈ, ਕੋਈ ਬਾਹਰ ਦਾ ਬਚਨ ਨਹੀਂ ਕਰਨਾ। ਉਹਨਾਂ ਨੂੰ ਪੇਟੂ ਕਹਿਣਾ ਜਾਂ ਹੋਰ ਕੋਈ ਨਿਰਾਦਰੀ ਭਰੇ, ਇਹ ਸੰਗਤ 'ਚ ਬਚਨ ਆਏ ਨੇ ਇੱਥੋਂ ਜਿਹੜੇ ਸੁਣੇ ਨੇ ਅਸੀਂ, ਉਸ ਕਰਕੇ ਬੇਨਤੀ ਕਰ ਰਹੇ ਹਾਂ ਭਾਈ, ਗੁਰੂ ਦਾ ਅਦਬ ਰੱਖਣਾ। ਤੁਸੀਂ ਬੰਦੇ ਵੱਲ ਨਹੀਂ ਦੇਖਣਾ। ਬੰਦੇ 'ਚ 100 ਗੁਣ ਹੁੰਦੇ ਹੈ, ਪਰ ਬਾਣੀ ਕਰਕੇ ਉਹ ਬੰਦਾ ਪੂਜਨੀਕ ਹੁੰਦਾ ਹੈ। ਬਾਣੀ ਕਰਕੇ ਅਸੀਂ, ਬਾਣੀ ਔਰ ਬਾਣਾ ਗੁਰੂ ਦੇ ਪੰਖ ਹਨ। ਬਾਣੀ ਬਾਣੇ ਦਾ ਸਤਿਕਾਰ ਕਰੋ। ਪਾਠੀ ਸਿੰਘਾਂ ਨੂੰ ਨਿਰਾਦਰੀ ਭਰੇ ਸ਼ਬਦਾਂ ਨਾਲ ਜੇ ਕੋਈ ਬੁਲਾਏਗਾ ਤਾਂ ਗੁਰੂ ਸਾਹਿਬ ਜੀ ਦਾ ਦੋਸ਼ੀ ਹੋਵੇਗਾ। ਇਹ ਗੱਲ ਯਾਦ ਰੱਖਣੀ। ਹਾਂਜੀ।